ਡੀਡੀ ਪੰਜਾਬੀ ਦੇ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਰੀਮਾ। ਖਬਰਾਂ ਜੋ ਅਸੀਂ ਪੜ੍ਹਦੇ ਹਾਂ, ਦੇਖਦੇ ਹਾਂ, ਸੁਣਦੇ ਹਾਂ, ਸਾਡੀ ਜ਼ਿੰਦਗੀ ਤੇ ਗਹਿਰਾ ਪ੍ਰਭਾਵ ਪਾਉਂਦੀਆਂ ਨੇ। ਇਹਨਾਂ ਹੀ ਖਬਰਾਂ ਦੀ ਸਮੀਖਿਆ ਕਰਦੇ ਨੇ ਸਾਡੇ ਪੱਤਰਕਾਰੀ ਦੇ ਖੇਤਰ ਦੇ ਨਾਲ ਜੁੜੇ ਹੋਏ ਮਾਹਰ ਮਹਿਮਾਨ। ਤੇ ਅੱਜ ਦੇ ਸਾਡੇ ਮਾਹਰ ਮਹਿਮਾਨ ਨੇ ਜੋਗਿੰਦਰ ਸੰਧੂ ਜੀ, ਸੀਨੀਅਰ ਪੱਤਰਕਾਰ। ਆਓ ਕਰਦੇ ਹਾਂ ਇਹਨਾਂ ਦਾ ਸਵਾਗਤ। ਸੰਧੂ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ, ਧੰਨਵਾਦ ਜੀ। ਜੇ ਗੱਲ ਕਰੀਏ ਅੱਜ ਦੀ ਪਹਿਲੀ ਖਬਰ ਦੀ, ਜਿਹਨੇ ਆਪਣਾ ਧਿਆਨ ਸਾਡੇ ਵੱਲ ਖਿੱਚਿਆ ਤੇ ਸੰਧੂ ਸਾਹਿਬ, ਉਹ ਹੈ ਕੋਵਿਡ। ਦੇਸ਼ ਦੇ ਵਿੱਚ ਕੋਵਿਡ ਦੇ ਮਾਮਲੇ ਜਿਹੜੇ ਨੇ ਉਹ ਦੁੱਗਣੇ ਹੋ ਚੁੱਕੇ ਨੇ 12 ਦਿਨਾਂ ਦੇ ਅੰਦਰ ਅੰਦਰ। ਚਿੰਤਾਜਨਕ ਸਥਿਤੀ ਹੈ, ਕੀ ਕਹਿਣਾ ਚਾਹੋਗੇ? ਰੀਮਾ ਜੀ, ਪਿਛਲੇ 1 ਸਾਲ ਤੋਂ ਜਿਹੜੀ ਕੋਵਿਡ ਮਹਾਮਾਰੀ ਹੈ ਜੀ, ਉਹ ਸਾਡੇ ਲਈ ਬੜਾ ਅਹਿਮ ਮਸਲਾ, ਬਹੁਤ ਗੰਭੀਰ ਮਸਲਾ ਜਿਹੜਾ ਉਹ ਬਣੀ ਹੋਈ ਹੈ। ਨਾ ਕਿ ਸਾਡੇ ਦੇਸ਼ ਵਾਸਤੇ, ਸਗੋਂ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਾਸਤੇ। ਬਹੁਤ ਸਾਰੇ ਉਤਰਾਅ ਚੜਾਓ ਦੇ ਵਿੱਚ ਆਏ, ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਇਹਦੇ ਤੋਂ। ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਔਰ ਇੱਕ ਵਾਰ ਇਹ ਲਹਿਰ ਜਿਹੜੀ ਸੀ ਭਾਰਤ ਦੀ, ਜੇ ਆਪਾਂ ਗੱਲ ਕਰੀਏ ਤਾਂ ਮੱਠੀ ਪੈ ਕੇ ਔਰ ਦੁਬਾਰਾ ਫਿਰ ਜਿਹੜੀ ਹੈ ਬਹੁਤ ਜ਼ਿਆਦਾ ਤੇਜ਼ੀ ਨਾਲ ਅੱਗੇ ਵਧੀ ਹੈ। ਪਿਛਲੇ ਸਾਲ ਦੇ ਮੁਕਾਬਲੇ ਵੀ ਬਹੁਤ ਤੇਜ਼ੀ ਨਾਲ ਅੱਗੇ ਵਧੀ ਹੈ। ਬਹੁਤ ਤੇਜ਼ੀ ਨਾਲ ਤੋਂ ਕਹਿਣ ਦਾ ਭਾਵ ਹੈ ਕਿ ਪਿਛਲੇ 12 ਦਿਨਾਂ ਦੇ ਵਿੱਚ ਇਹਦੀ ਜਿਹੜੀ ਗਿਣਤੀ ਹੈ ਉਹਨਾਂ ਮਰੀਜ਼ਾਂ ਦੀ ਡਬਲ ਹੋ ਗਈ ਹੈ, ਦੂਣੇ ਤੋਂ ਵੱਧ ਗਈ ਹੈ। ਔਰ ਇੰਨੀ ਤੇਜ਼ੀ ਨਾਲ ਉਹਦੇ ਵਾਸਤੇ ਇੰਤਜ਼ਾਮ ਕਰਨੇ, ਪ੍ਰਬੰਧ ਕਰਨੇ, ਹਸਪਤਾਲਾਂ ਦਾ ਪ੍ਰਬੰਧ ਕਰਨਾ, ਆਕਸੀਜਨ ਦਾ ਪ੍ਰਬੰਧ ਕਰਨਾ, ਜਿਹੜਾ ਬਿਸਤਰਿਆਂ ਦਾ ਪ੍ਰਬੰਧ ਕਰਨਾ, ਇਹ ਇੱਕ ਵੱਡੀ ਚੁਣੌਤੀ ਹੈ ਜਿਹੜੀ ਸਾਹਮਣੇ ਆ ਰਹੀ ਹੈ। ਦੇਸ਼ ਨੂੰ ਇਹਦਾ ਸਾਹਮਣਾ ਕਰਨਾ ਪੈ ਰਿਹਾ ਔਰ ਫਿਰ ਵੀ ਉਹਦੇ ਨਾਲ ਨਜਿੱਠਣ ਦੇ ਕਿਤੇ ਨਾ ਕਿਤੇ ਯਤਨ ਕੀਤੇ ਜਾ ਰਹੇ ਨੇ। ਪਰ ਇਸ ਦੇ ਸਭ ਦੇ ਬਾਵਜੂਦ ਜਿਹੜੀ ਹੈ ਉਹ ਲੋਕਾਂ ਦੀ ਜਾਨ ਜਾ ਰਹੀ ਹੈ। ਇਲਾਜ ਦੇ ਪ੍ਰਬੰਧ ਇੱਕ ਪਾਸੇ ਨੇ, ਟੀਕਾਕਰਨ ਦਾ ਇੱਕ ਪਾਸੇ ਆ, ਜਿਹੜੇ ਲੋਕਾਂ ਨੂੰ ਸੁਰੱਖਿਆ ਦੇ ਵਾਸਤੇ ਕਦਮ ਚੁੱਕਣ ਲਈ ਕਿਹਾ ਜਾਂਦਾ ਹੈ, ਇਹਤਿਆਤ ਵਰਤਣ ਲਈ ਕਿਹਾ ਜਾਂਦਾ ਹੈ, ਉਹ ਇੱਕ ਪਾਸੇ ਆ। ਜੇ ਆਪਾਂ ਦੇਖੀਏ ਕਿ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਹੁੰਦਾ, ਇਹਨਾਂ ਚੀਜ਼ਾਂ ਦਾ ਬਹੁਤ ਅਸਰ ਹੁੰਦਾ। ਬਿਲਕੁਲ। ਇਜ਼ਰਾਈਲ ਵਰਗਾ ਜਿਹੜਾ ਦੇਸ਼ ਹੈ, ਉਹਨਾਂ ਨੇ ਟੀਕਾਕਰਨ ਦੇ ਸਿਰ ਉੱਤੇ ਹੀ ਇਸ ਬਿਮਾਰੀ ਦੇ ਉੱਤੇ ਫਤਿਹ ਇੱਕ ਤਰ੍ਹਾਂ ਨਾਲ ਹਾਸਲ ਕਰ ਲਈ ਹੈ। ਔਰ ਹੁਣ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜੇ ਤੁਸੀਂ ਖੁੱਲ੍ਹੇ ਥਾਂ 'ਤੇ ਜਾਂਦੇ ਹੋ ਤਾਂ ਤੁਹਾਨੂੰ ਮਾਸਕ ਪਾਉਣ ਦੀ ਲੋੜ ਨਹੀਂ। ਜਦ ਕਿ ਸਾਡੇ ਅਜੇ ਇਹ ਕਿਹਾ ਜਾਂਦਾ ਹੈ ਕਿ ਮਾਸਕ ਜਿਹੜਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ, ਟੀਕੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਿਨ੍ਹਾਂ ਲੋਕਾਂ ਨੂੰ ਅਜੇ ਟੀਕਾ ਨਹੀਂ ਲੱਗਾ ਉਹਨਾਂ ਵਾਸਤੇ ਮਾਸਕ ਜਿਹੜਾ ਉਹ ਹੀ ਟੀਕਾ ਹੈ। ਔਰ ਗਰਮੀਆਂ ਵਿੱਚ ਇਹਦਾ ਜਿਹੜਾ ਹੋਰ ਵੀ ਜ਼ਿਆਦਾ ਅਸਰ ਪੈਂਦਾ ਹੈ, ਕਿਉਂਕਿ ਹਵਾ ਜਿਹੜੀ ਹੈ ਉਹ ਫੈਲਦੀ ਹੈ ਔਰ ਸਾਹ ਲੈਣ ਦੇ ਨਾਲ ਜੇ ਕੋਈ ਵਿਅਕਤੀ ਜਿਹੜਾ ਉਹ ਇਹਦੇ ਤੋਂ ਸੰਕਰਮਿਤ ਹੈ, ਪੀੜਤ ਹੈ, ਉਹਦੇ ਸਾਹ ਲੈਣ ਨਾਲ ਜਿਹੜੇ ਕੀਟਾਣੂ ਨੇ ਉਹ ਬੜੀ ਤੇਜ਼ੀ ਨਾਲ ਅੱਗੇ ਵੱਧਦੇ ਨੇ, ਦੂਜੇ ਵਿਅਕਤੀ ਤੱਕ ਪਹੁੰਚ ਸਕਦੇ ਨੇ ਔਰ ਉਹ ਮਾਸਕ ਲਾ ਕੇ ਹੀ ਇਹਦੇ ਤੋਂ ਬਚਾਅ ਕਰ ਸਕਦਾ ਹੈ। ਇਸ ਚੀਜ਼ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਪਰ ਜੇ ਅਸੀਂ ਦੇਖੀਏ ਸਮਾਜ ਦੇ ਵਿੱਚ ਤਾਂ ਬਹੁਤ ਜ਼ਿਆਦਾ ਜਿਹੜੀ ਹੈ ਉਹ ਅਣਗਹਿਲੀ ਹੋ ਰਹੀ ਹੈ। ਲੋਕ ਜਿਹੜੇ ਨੇ ਉਹ ਇਸ ਮਾਮਲੇ 'ਚ ਪੂਰੀ ਤਰ੍ਹਾਂ ਸਹਿਯੋਗ ਨਹੀਂ ਕਰ ਰਹੇ ਔਰ ਸਰਕਾਰ ਜਿਹੜੀ ਆ ਉਹ ਸਿਰਫ ਜੇ ਆਪਾਂ ਦੇਖੀਏ ਕਿ ਸਖਤੀ ਕਰਕੇ ਇਸ ਤਰ੍ਹਾਂ ਦੇ ਨਿਯਮਾਂ ਨੂੰ ਅਮਲ ਵਿੱਚ ਲਿਆਵੇ ਜਾਂ ਚੀਜ਼ਾਂ ਨੂੰ ਅਮਲ ਵਿੱਚ ਲਿਆਵੇ, ਉਹ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ। ਲੋਕਾਂ ਨੂੰ ਖੁਦ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ। ਟੀਕਾਕਰਨ ਜਿਹੜਾ ਉਹ ਤੇਜ਼ੀ ਨਾਲ ਹੋ ਰਿਹਾ, ਪਰ ਜਿੰਨੇ ਟੀਕਿਆਂ ਦਾ ਨਿਰਮਾਣ ਸਾਡੇ ਦੇਸ਼ ਵਿੱਚ ਹੋ ਰਿਹਾ, ਸਾਡੇ ਦੇਸ਼ ਦੀ ਆਬਾਦੀ ਬਹੁਤ ਜ਼ਿਆਦਾ ਹੈ, ਉਹਦੇ ਮੁਕਾਬਲੇ ਜਿਹੜੇ ਟੀਕਾਕਰਨ ਹੋ ਰਿਹਾ, ਲੱਗ ਰਹੇ ਟੀਕੇ, ਉਹਨਾਂ ਦੀ ਗਿਣਤੀ ਜ਼ਿਆਦਾ ਹੈ, ਨਿਰਮਾਣ ਜਿਹੜਾ ਉਹ ਘੱਟ ਹੋ ਰਿਹਾ। ਸ਼ਾਇਦ ਇਹੀ ਸੋਚ ਸੀ ਜਿਹਦੇ ਪਿੱਛੇ ਇਹ ਵੀ ਇੱਕ ਸਰਕਾਰ ਨੇ ਪ੍ਰੋਗਰਾਮ ਬਣਾਇਆ ਕਿ ਬਾਹਰਲੇ ਦੇਸ਼ਾਂ ਤੋਂ ਜਿਹੜੇ ਟੀਕੇ ਆ ਉਹ ਦਰਾਮਦ ਕੀਤੇ ਜਾਣ, ਮੰਗਵਾਏ ਜਾਣ। ਬੀਤੇ ਦਿਨ ਜਿਹੜੇ ਸਾਬਕਾ ਸਾਡੇ ਪ੍ਰਧਾਨ ਮੰਤਰੀ ਸੀ ਸਰਦਾਰ ਮਨਮੋਹਨ ਸਿੰਘ ਹੋਰੀ, ਉਹਨਾਂ ਨੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੂੰ ਜਿਹੜੀ ਇਹ ਚਿੱਠੀ ਲਿਖੀ ਹੈ। ਚਿੱਠੀ ਲਿਖ ਕੇ ਉਹਨਾਂ ਨੇ ਇਹੀ ਗੱਲ ਕੀਤੀ ਹੈ ਕਿ ਜਿਹੜਾ ਟੀਕਾਕਰਨ ਹੈ ਇਹਦੇ ਉੱਤੇ ਵਿਸ਼ੇਸ਼ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਕੋਈ ਗੱਲ ਨਹੀਂ, ਜੇ ਸਾਨੂੰ ਲੋੜ ਪੈਂਦੀ ਹੈ ਤਾਂ ਬਾਹਰੋਂ ਟੀਕੇ ਮੰਗਵਾਏ ਜਾ ਸਕਦੇ ਆ, ਕਿਉਂਕਿ ਟੀਕਾਕਰਨ ਤੋਂ ਬਗੈਰ ਸਾਡੇ ਕੋਲ ਹੋਰ ਕੋਈ ਰਾਹ ਨਹੀਂ। ਬਾਕੀ ਦੇ ਜਿਹੜੇ ਇਹਤਿਆਤ ਦੇ ਕਦਮ ਨੇ ਉਹ ਚੁੱਕਣ ਵਾਸਤੇ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਤਾਂ ਕਿ ਉਹ ਚੁੱਕਣ। ਔਰ ਇਹਦਾ ਬਹੁਤ ਵੱਡਾ ਜਿਹੜਾ ਪ੍ਰਭਾਵ ਹੈ ਕੋਵਿਡ ਦਾ ਹਾਲ ਦੀ ਘੜੀ ਦੇਸ਼ ਦੇ ਉੱਤੇ ਪੈ ਰਿਹਾ ਹੈ। ਤਕਰੀਬਨ ਸਾਰੇ ਸੂਬਿਆਂ ਦੇ ਵਿੱਚ, ਮਹਾਰਾਸ਼ਟਰ, ਮੱਧ ਪ੍ਰਦੇਸ਼, ਬਿਹਾਰ, ਉੱਤਰ ਪ੍ਰਦੇਸ਼, ਗੁਜਰਾਤ, ਪੰਜਾਬ ਵੀ ਆਪਾਂ ਉਹਦੇ ਵਿੱਚ ਗੱਲ ਕਰੀਏ, ਬਹੁਤ ਜ਼ਿਆਦਾ ਜਿਹੜੀ ਹਾਲਤ ਆ ਉਹ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਮਹਾਰਾਸ਼ਟਰ ਜੇ ਆਪਾਂ ਦੇਖੀਏ ਤਾਂ ਦੇਸ਼ ਵਿੱਚ ਸਭ ਤੋਂ ਵੱਧ ਜਿਹੜੇ ਮਰੀਜ਼ ਆ ਉਹ ਵੀ ਉੱਥੇ ਆ ਰਹੇ ਆ ਤੇ ਸਭ ਤੋਂ ਵੱਧ ਜਿਹੜੀਆਂ ਮੌਤਾਂ ਉਹ ਵੀ ਉੱਥੇ ਆ ਰਹੀਆਂ। ਦਿੱਲੀ ਕਿਸੇ ਹੱਦ ਤੱਕ ਪਹਿਲਾਂ ਕੁਝ ਸਮਾਂ ਜਦੋਂ ਕਿ ਬਾਕੀ ਸੂਬਿਆਂ 'ਚ ਮਹਾਮਾਰੀ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਗਈ ਸੀ, ਦਿੱਲੀ ਨੂੰ ਆਪਾਂ ਸਮਝਦੇ ਸੀ ਕਿ ਸ਼ਾਇਦ ਕਿਤੇ ਉੱਥੇ ਸੁਰੱਖਿਆ ਦਾ ਪ੍ਰਬੰਧ ਵੀ ਬਹੁਤ ਜ਼ਿਆਦਾ ਹੈ, ਪਰ ਹੁਣ ਦਿੱਲੀ ਦੇ ਪ੍ਰਬੰਧ ਜਿਹੜੇ ਆ ਉਹ ਵੀ ਡਾਵਾਂਡੋਲ ਹੁੰਦੇ ਨਜ਼ਰ ਆ ਰਹੇ, ਕਿਉਂਕਿ ਪੇਸ਼ੈਂਟਾਂ ਦੀ ਗਿਣਤੀ, ਮਰੀਜ਼ਾਂ ਦੀ ਗਿਣਤੀ ਉੱਥੇ ਬਹੁਤ ਜ਼ਿਆਦਾ ਵੱਧ ਗਈ ਹੈ।
ਇਸ ਕਰਕੇ ਦਿੱਲੀ ਦੀ ਸਰਕਾਰ ਵੱਲੋਂ ਵੀ ਕੇਂਦਰ ਸਰਕਾਰ ਤੋਂ ਜਿਹੜੇ ਬੈੱਡ ਆ ਉਹ ਮੰਗੇ ਜਾ ਰਹੇ ਆ। ਕੇਂਦਰ ਸਰਕਾਰ ਜਿਹੜੀ ਆ ਉਹਨਾਂ ਨੇ ਰੇਲਵੇ ਵਾਲਿਆਂ ਨੂੰ ਵੀ ਕਿਹਾ ਕਿ ਤੁਸੀਂ ਬੈੱਡਾਂ ਦਾ ਇੰਤਜ਼ਾਮ ਕਰੋ। ਹਸਪਤਾਲਾਂ ਨੂੰ ਕਿਹਾ, ਉਹਨਾਂ ਨੇ ਜਿਹੜੇ ਸਰਕਾਰੀ ਹਸਪਤਾਲ ਆ ਜਾਂ ਸਰਕਾਰੀ ਅਦਾਰਿਆਂ ਦੇ ਅਧੀਨ ਜਿਹੜੇ ਚੱਲਦੇ ਆ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਬੈੱਡ ਜਿਹੜੇ ਆ ਉਹ ਦੂਜੇ ਹਸਪਤਾਲਾਂ ਨੂੰ ਦੇ ਦਿਓ ਜਿੱਥੇ ਕੋਵਿਡ ਦੇ ਪੇਸ਼ੈਂਟ ਰੱਖੇ ਜਾਣੇ ਆ, ਤਾਂ ਕਿ ਕਿਸੇ ਤਰ੍ਹਾਂ ਦੀ ਘਾਟ ਨਾ ਆਵੇ। ਆਕਸੀਜਨ ਜਿਹੜੀ ਆ ਉਹ ਬਾਹਰੋਂ ਮੰਗਵਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਆ, ਬਾਹਰੋਂ ਵੀ ਮੰਗਵਾਈ ਜਾ ਰਹੀ ਹੈ। ਆਪਣੇ ਵੀ ਪਲਾਂਟ ਚਾਲੂ ਕੀਤੇ ਗਏ ਆ, ਉਹਦਾ ਤੇਜ਼ੀ ਨਾਲ ਨਿਰਮਾਣ ਕੀਤਾ ਗਿਆ। ਪਰ ਆਪਾਂ ਜੇ ਗੱਲ ਕਰੀਏ ਸਰਕਾਰ ਦੇ ਪ੍ਰਬੰਧਾਂ ਦੀ, ਸਰਕਾਰ ਆਪਣੇ ਪੱਧਰ 'ਤੇ ਜਿਹੜੇ ਪ੍ਰਬੰਧ ਕਰ ਰਹੀ ਹੈ ਜਾਂ ਲੋਕ, ਸਾਰਿਆਂ ਨੂੰ ਆਪਸ ਵਿੱਚ ਤਾਲਮੇਲ ਚਾਹੀਦਾ ਹੈ, ਸਹਿਯੋਗ ਚਾਹੀਦਾ ਹੈ, ਕਿਉਂਕਿ ਇਹ ਮਸਲਾ ਇਸ ਤਰ੍ਹਾਂ ਦਾ ਹੈ ਕਿ ਕਿਸੇ ਇੱਕ ਧਿਰ ਦੇ ਉੱਤੇ ਨਹੀਂ ਛੱਡਿਆ ਜਾ ਸਕਦਾ। ਨਾ ਸਰਕਾਰ ਛੱਡ ਸਕਦੀ ਹੈ ਕਿ ਲੋਕ ਆਪੇ ਇਹਦੇ ਨਾਲ ਨਜਿੱਠ ਲੈਣ, ਅਤੇ ਨਾ ਲੋਕ ਛੱਡ ਸਕਦੇ ਹੈ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ, ਸਰਕਾਰ ਆਪੇ ਜਾਣੇ ਜਾਂ ਹਸਪਤਾਲ ਜਾਣਨ ਜਾਂ ਉਹ ਜਾਣਨ। ਇਹਦੇ ਇਸ ਤਰ੍ਹਾਂ ਜਿਹੜਾ ਕੰਮ ਨਹੀਂ ਚੱਲ ਸਕਦਾ। ਸਾਰਿਆਂ ਨੂੰ ਆਪਸ ਵਿੱਚ ਤਾਲਮੇਲ ਨਾਲ ਇਕਜੁੱਟ ਹੋ ਕੇ, ਬਲਕਿ ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠ ਕੇ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ, ਕੋਈ ਵਿਰੋਧ ਨਹੀਂ ਆਉਣਾ ਚਾਹੀਦਾ। ਔਰ ਇੱਕ ਦੂਜੀ ਗੱਲ ਜਿਹੜੀ ਹੋਰ ਹੈ, ਸਰਕਾਰ ਨੂੰ ਇਸ ਚੀਜ਼ 'ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ। ਕੁਝ ਜਿਹੜੇ ਬਲੈਕ ਮਾਰਕੀਟੀਏ ਆ, ਜਿਹੜੇ ਇਸ ਤਰ੍ਹਾਂ ਦਾ ਧੰਦਾ ਕਰਨ ਵਾਲੇ ਲੋਕ ਹੈ, ਇਹਦੇ ਤੋਂ ਮੁਨਾਫਾ ਕਮਾਉਣ ਵਾਲੇ ਲੋਕ ਹੈ, ਇਹ ਵੀ ਇੱਕ ਇਸ ਤਰ੍ਹਾਂ ਦੀ ਖਬਰ ਆਈ ਸੀ ਕਿ ਕੁਝ ਜਿਹੜੀਆਂ ਦਵਾਈਆਂ ਜਾਂ ਟੀਕੇ ਆ ਉਹ ਬਾਹਰਲੇ ਦੇਸ਼ਾਂ ਨੂੰ ਭੇਜਣ ਦੀ ਆਪਣੇ ਤੌਰ 'ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਜਿਹੜੇ ਟੀਕੇ ਆ ਉਹ ਮਹਿੰਗੇ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਟੀਕਾ ਜਿਹੜਾ 12-12 ਹਜ਼ਾਰ ਦਾ ਵੇਚਿਆ ਜਾ ਰਿਹਾ। ਕੱਲ੍ਹ ਸਰਕਾਰ ਨੇ ਕੁਝ 15-16 ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਜਿਹੜੇ ਇਸ ਤਰ੍ਹਾਂ ਦੇ ਕੰਮ ਵਿੱਚ ਲੱਗੇ ਹੋਏ ਸੀ। ਇਹ ਸਾਰੀਆਂ ਗੱਲਾਂ ਦੇ ਉੱਤੇ ਕਾਬੂ ਪਾ ਕੇ ਹੀ ਅਸੀਂ ਤੇ ਵੱਧ ਤੇਜ਼ੀ ਨਾਲ ਟੀਕਾਕਰਨ ਕਰਕੇ ਅਸੀਂ ਇਸ ਮਹਾਮਾਰੀ ਦੇ ਉੱਤੇ ਕਾਬੂ ਪਾ ਸਕਦੇ ਹਾਂ। ਬਿਲਕੁਲ ਜੀ, ਮਹਾਮਾਰੀ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਬਿਮਾਰੀ ਦਾ ਬੱਚਿਆਂ ਦੇ ਭਵਿੱਖ ਦੇ ਉੱਪਰ ਬੜਾ ਵੱਡਾ ਅਸਰ ਪਿਆ ਹੈ। ਪ੍ਰੀਖਿਆਵਾਂ ਹੋਣ, ਕਲਾਸਾਂ ਹੋਣ, ਬਹੁਤ ਵੱਡਾ ਅਸਰ ਹੈ। ਜੇ ਮੇਨ ਦੀ ਪ੍ਰੀਖਿਆ ਦੀ ਗੱਲ ਕਰੀਏ ਤਾਂ ਸੰਧੂ ਸਾਹਿਬ, ਉਹ ਪ੍ਰੀਖਿਆਵਾਂ ਵੀ ਹੁਣ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਕੀ ਕਹਿਣਾ ਚਾਹੋਗੇ? ਪਹਿਲਾਂ ਰੀਮਾ ਜੀ ਬਹੁਤ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ। CBSE ਬੋਰਡ ਨੇ ਆਪਣੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ। ਫਿਰ ਉਸ ਤੋਂ ਬਾਅਦ ਪੰਜਾਬ ਵਿੱਚ ਆਪਾਂ ਗੱਲ ਕਰੀਏ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਵੀ ਆਪਣੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ। 5ਵੀਂ 8ਵੀਂ 10ਵੀਂ ਦੇ ਬੱਚੇ ਜਿਹੜੇ ਸੀ ਉਹਨਾਂ ਨੂੰ ਉਹਨਾਂ ਦੀ ਇੰਟਰਨਲ ਜਿਹੜੀ ਅਸੈਸਮੈਂਟ ਸੀ ਉਹਦੇ ਆਧਾਰ ਦੇ ਉੱਤੇ ਅਗਲੀਆਂ ਜਮਾਤਾਂ ਦੇ ਵਿੱਚ ਭੇਜ ਦਿੱਤਾ ਗਿਆ। ਇਹ ਭਾਵੇਂ ਬੱਚਿਆਂ ਦੇ ਭਵਿੱਖ ਦੇ ਉੱਤੇ ਅਸਰ ਪੈਂਦਾ, ਪਰ ਇਸ ਵੇਲੇ ਕੋਈ ਚਾਰਾ ਨਹੀਂ, ਕਿਉਂਕਿ ਬੱਚਿਆਂ ਨੂੰ ਇੰਨੀ ਵੱਡੀ ਗਿਣਤੀ ਦੇ ਵਿੱਚ ਪੇਪਰ ਦੇਣ ਵਾਸਤੇ ਭੇਜਣਾ, ਇਕੱਠੇ ਕਰਨਾ, ਜਿਹੜਾ ਉਹਦੇ ਵਿੱਚ ਕਿਤੇ ਨਾ ਕਿਤੇ ਖਤਰਾ ਹੈ, ਰਿਸਕ ਹੈ। ਇਹਦੇ ਤੋਂ ਬਚਾਅ ਵਾਸਤੇ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣੇ ਜਿਹੜੇ ਆ ਉਹ ਜ਼ਰੂਰੀ ਹੈ। ਹੁਣ ਜਿਹੜੀ JEE ਮੇਨ ਦੀ ਪ੍ਰੀਖਿਆ ਉਹ ਵੀ ਜਿਹੜੀ ਹੈ ਮੁਲਤਵੀ ਕੀਤੀ ਗਈ ਹੈ। 27 ਤੋਂ 30 ਅਪ੍ਰੈਲ ਤੱਕ ਹੋਣੀ ਸੀ, ਔਰ ਉਹ ਵੀ ਇਸ ਕਰਕੇ ਹੀ ਮੁਲਤਵੀ ਕੀਤੀ ਗਈ ਹੈ ਕਿ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਜ਼ਿਆਦਾ ਕੀਮਤੀ ਹੈ ਪ੍ਰੀਖਿਆ ਨਾਲੋਂ। ਪ੍ਰੀਖਿਆ ਜਿਹੜੀ ਆ ਉਹ ਬਾਅਦ ਵਿੱਚ ਹੋ ਜਾਵੇਗੀ। ਕੇਂਦਰ ਸਰਕਾਰ ਨੇ ਇਹ ਕਿਹਾ, ਕੇਂਦਰ ਸਰਕਾਰ ਦੇ ਸਿੱਖਿਆ ਮੰਤਰੀ ਨੇ, ਕਿ ਬਾਅਦ ਦੇ ਵਿੱਚ ਅਸੀਂ ਇਹਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰਾਂਗੇ ਜਦੋਂ ਥੋੜ੍ਹਾ ਜਿਹਾ ਇਹਦੇ ਵਿੱਚ ਸਾਨੂੰ ਲੱਗੇਗਾ ਕਿ ਹੁਣ ਅਸੀਂ ਸੰਭਲ ਗਏ ਹਾਂ ਜਾਂ ਅਸੀਂ ਕਿਤੇ ਨਾ ਕਿਤੇ ਕੋਰੋਨਾ ਦੇ ਉੱਤੇ ਕਾਬੂ ਪਾ ਲਿਆ, ਇਹਦੇ ਤੋਂ ਅਸੀਂ ਬੱਚਿਆਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ, ਇਸ ਤਰ੍ਹਾਂ ਦੇ ਪ੍ਰਬੰਧ ਅਸੀਂ ਕਰ ਸਕਦੇ ਹਾਂ। ਅਤੇ ਉਹਨਾਂ ਨੇ ਇਹ ਕਿਹਾ ਕਿ ਬੱਚਿਆਂ ਨੂੰ ਘਬਰਾਉਣ ਦੀ ਲੋੜ ਨਹੀਂ, ਅਸੀਂ ਇਹਦੇ ਵਾਸਤੇ 15 ਦਿਨ ਪਹਿਲਾਂ ਉਹਨਾਂ ਨੂੰ ਦੱਸ ਦਿਆਂਗੇ ਕਿ ਤੁਹਾਡੀ ਅੱਗੇ ਤੋਂ ਜਿਹੜੀ ਪ੍ਰੀਖਿਆ ਉਹ ਕਦੋਂ ਹੋਣੀ ਹੈ। ਜਦੋਂ ਸਾਰੇ ਸਮਾਜ ਦੇ ਸਾਰੇ ਖੇਤਰਾਂ ਉੱਤੇ ਅਸਰ ਪੈ ਰਿਹਾ, ਤੇ ਆਪਾਂ ਸਮਝਦੇ ਹਾਂ ਕਿ ਸਿੱਖਿਆ ਦਾ ਖੇਤਰ ਵੀ ਇਹਦੇ ਤੋਂ ਪਾਸੇ ਨਹੀਂ ਰਹਿ ਸਕਦਾ, ਕਿ ਸਿੱਖਿਆ ਦਾ ਖੇਤਰ ਜਿਹੜਾ ਉਹ ਰੂਟੀਨ ਵਾਂਗ ਚੱਲਦਾ ਰਹੇ। ਇਸ ਕਰਕੇ ਇਹਦੇ 'ਚ ਵੀ ਬਹੁਤ ਉਤਰਾਅ ਚੜ੍ਹਾਅ ਹੈ। ਸਾਰੇ ਕਾਰੋਬਾਰਾਂ ਦੇ ਵਿੱਚ, ਕੰਮਾਂ ਦੇ ਵਿੱਚ ਜਿਹੜੇ ਨੇ ਉਹ ਬਹੁਤ ਉਤਰਾਅ ਚੜ੍ਹਾਅ ਆਏ ਨੇ। ਇੱਕ ਕਿਸਮ ਦੀ ਜਿਹੜੀ ਹੈ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਅਸੁਰੱਖਿਆ ਦੀ ਭਾਵਨਾ ਜਿਹੜੀ ਹੁੰਦੀ ਹੈ, ਉਹਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਨੂੰ ਇਸ ਤਰ੍ਹਾਂ ਦੇ ਕਦਮ ਚੁੱਕਣੇ ਪੈਂਦੇ ਨੇ। ਅਸੁਰੱਖਿਆ ਵੀ ਹੈ, ਅਰਥਚਾਰੇ ਤੇ ਵੀ ਮਾੜਾ ਅਸਰ ਪਿਆ, ਲੇਕਿਨ ਰਾਹਤ ਦੀ ਖਬਰ ਇਹ ਹੈ ਕਿ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਉੱਥੇ 400 ਦੇ ਕਰੀਬ ਕੰਪਨੀਆਂ ਇਨਵੈਸਟਮੈਂਟ ਨਿਵੇਸ਼ ਕਰਨ ਨੂੰ ਤਿਆਰ ਹੋਈਆਂ ਨੇ। ਕੀ ਕਹਿਣਾ ਚਾਹੋਗੇ? ਇਹ ਚੰਗੀ ਖਬਰ ਇਹਨੂੰ ਇਸ ਕਰਕੇ ਕਹਿ ਸਕਦੇ ਹਾਂ ਕਿ ਹੁਣ ਤੱਕ ਜਿਹੜੀਆਂ ਕੌਮਾਂਤਰੀ ਜਾਂ ਕੌਮੀ ਕੰਪਨੀਆਂ ਸੀ, ਉਹ ਜੰਮੂ ਕਸ਼ਮੀਰ ਦੇ ਵਿੱਚ ਨਿਵੇਸ਼ ਕਰਨ ਵੱਲ ਨੂੰ ਜਿਹੜਾ ਉਹ ਮੂੰਹ ਘੱਟ ਕਰਦੀਆਂ ਸੀ। ਉੱਥੇ ਦੇ ਹਾਲਾਤ ਜਿਹੜੇ ਆ ਪਿਛਲੇ ਕਾਫੀ ਸਮੇਂ ਤੋਂ ਖਰਾਬ ਚੱਲੇ ਆ ਰਹੇ ਆ। ਉਹਦੇ ਵੱਖ-ਵੱਖ ਕਾਰਨ ਹੋਏ ਆ, ਕਈ ਕਾਰਨਾਂ ਕਰਕੇ ਉੱਥੇ ਹਾਲਾਤ ਜਿਹੜੇ ਆ, ਉੱਥੇ ਅੱਤਵਾਦ ਕਰਕੇ, ਹੋਰ ਕਈ ਜਿਹੜੀ ਗੜਬੜ ਬਾਰਡਰਾਂ ਦੇ ਉੱਤੇ ਹੁੰਦੀ ਰਹੀ, ਉਹਦੇ ਕਰਕੇ। ਇਸ ਕਰਕੇ ਜਿਹੜਾ ਵੀ ਕੋਈ ਇਨਵੈਸਟਰ ਜਿਹੜਾ ਜਦੋਂ ਉਹ ਕਿਸੇ ਕਾਰੋਬਾਰ 'ਚ, ਕਿਸੇ ਖੇਤਰ ਦੇ ਵਿੱਚ ਪੈਸਾ ਲਾਉਂਦਾ ਹੈ, ਉਹਨੂੰ ਇਸ ਚੀਜ਼ ਦੀ ਸੁਰੱਖਿਆ ਚਾਹੀਦੀ ਹੁੰਦੀ ਹੈ ਕਿ ਉਹਦਾ ਕਾਰੋਬਾਰ ਉੱਥੇ ਠੀਕ ਢੰਗ ਦੇ ਨਾਲ ਚੱਲੇ ਅਤੇ ਉਸ ਨੂੰ ਵੀ ਜਿਹੜਾ ਮੁਨਾਫਾ ਮਿਲੇ, ਲੋਕਾਂ ਨੂੰ ਸਹੂਲਤ ਮਿਲੇ। ਹੁਣ ਜੇ ਉੱਥੇ ਇਨਵੈਸਟਮੈਂਟ ਕੀਤੀ ਹੀ ਨਹੀਂ ਜਾਂਦੀ, ਉੱਥੇ ਦੇ ਰੁਜ਼ਗਾਰ ਜਿਹੜੇ ਆ ਉਹ ਇੰਨੀ ਤੇਜ਼ੀ ਨਾਲ ਨਹੀਂ ਵੱਧ ਫੈਲ ਸਕਦੇ, ਲੋਕਾਂ ਨੂੰ ਕੰਮ ਦੇ ਮੌਕੇ ਨਹੀਂ ਮਿਲ ਸਕਦੇ, ਉਹਦੀ ਆਰਥਿਕਤਾ ਦੇ ਉੱਤੇ ਵੀ ਸੂਬੇ ਦੇ ਜਿਹੜਾ ਉਹ ਬਹੁਤ ਸਾਰਾ ਅਸਰ ਪੈਂਦਾ ਹੈ। ਪਹਿਲਾਂ ਹੀ ਜਿਹੜੀ ਆ ਗੜਬੜ ਹੋਣ ਕਰਕੇ ਉੱਥੇ ਦਾ ਜਿਹੜਾ ਟੂਰਿਜ਼ਮ ਹੈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ, ਉੱਥੇ ਦਾ ਕੱਪੜਾ ਉਦਯੋਗ ਜਿਹੜਾ ਸੀ ਉਹ ਵੀ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ।
ਤੇ ਹੁਣ ਜਿਹੜੀ ਇਹ ਖਬਰ ਆਈ ਹੈ ਕਿ 400 ਦੇ ਕਰੀਬ ਕੌਮੀ ਤੇ ਕੌਮਾਂਤਰੀ ਕੰਪਨੀਆਂ ਜਿਹੜੀਆਂ ਨੇ ਉਹ ਉੱਥੇ 23,000 ਕਰੋੜ ਰੁਪਏ ਦਾ ਇਨਵੈਸਟਮੈਂਟ ਜਿਹੜਾ ਉਹ ਕਰਨਾ ਚਾਹੁੰਦੀਆਂ। ਹਾਲਾਂਕਿ ਇਹਦੇ ਵਾਸਤੇ ਬੀਤੇ ਦਿਨ ਇੱਕ ਸਮਿਟ ਜਿਹੜੀ ਸੀ ਉਹ ਬੁਲਾਈ ਗਈ ਸੀ, ਪਰ ਉਹ ਕੋਵਿਡ ਨੂੰ ਧਿਆਨ ਵਿੱਚ ਰੱਖਦਿਆਂ ਰੱਦ ਕਰ ਦਿੱਤੀ ਗਈ। ਫਿਰ ਵੀ ਕੰਪਨੀਆਂ ਦਰਮਿਆਨ ਤੇ ਸਰਕਾਰ ਦਰਮਿਆਨ ਜਿਹੜੇ MOU ਸੀਗੇ, ਸਹਿਮਤੀ ਦੇ ਜਿਹੜੇ ਦਸਤਾਵੇਜ਼ ਸੀ ਉਹ ਸਾਈਨ ਹੋ ਗਏ ਔਰ ਉਹਨਾਂ ਦੇ ਆਧਾਰ ਦੇ ਉੱਤੇ ਉਹਨਾਂ ਕੰਪਨੀਆਂ ਨੇ ਇਸ ਤਰ੍ਹਾਂ ਦੀ ਜਿਹੜੀ ਇੱਛਾ ਜ਼ਾਹਰ ਕੀਤੀ ਹੈ ਔਰ ਦੱਸਿਆ ਉਹਨਾਂ ਨੇ ਕਿ ਅਸੀਂ ਇੰਨਾ ਜ਼ਿਆਦਾ ਪੈਸਾ ਇੱਥੇ ਇਨਵੈਸਟ ਕਰਾਂਗੇ। ਜਦੋਂ ਇਹ ਪੈਸਾ ਉੱਥੇ ਲੱਗ ਜਾਏਗਾ, ਕਾਰੋਬਾਰ ਚੱਲਣਗੇ, ਸੂਬੇ ਦੀ ਸਿਹਤ ਜਿਹੜੀ ਆ ਉਹ ਬਦਲੇਗੀ, ਆਰਥਿਕਤਾ ਬਦਲੇਗੀ ਤੇ ਕੱਲ੍ਹ ਨੂੰ ਹੋਰ ਕੰਪਨੀਆਂ ਵੀ ਉੱਥੇ ਆ ਸਕਦੀਆਂ। ਬਿਲਕੁਲ ਜੀ, ਪੰਜਾਬ ਦੀ ਗੱਲ ਕਰੀਏ ਤੇ ਮਾਈਨਿੰਗ ਦਾ ਜਿਹੜਾ ਮੁੱਦਾ ਹੈ, ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਹੈ, ਕਦੇ ਵੀ ਪੰਜਾਬ ਦਾ ਪਿੱਛਾ ਨਹੀਂ ਛੱਡ ਰਿਹਾ। ਹੁਣ ਇਸੇ ਗੱਲ ਦੇ ਉੱਪਰ ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ। ਕੀ ਕਹਿਣਾ ਚਾਹੋਗੇ ਸੰਧੂ ਸਾਹਿਬ? ਰੀਮਾ ਜੀ, ਪਹਿਲਾਂ 10 ਸਾਲ ਇੱਥੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਲਗਾਤਾਰ ਜੀ। ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਣੀ, ਉਹਦੇ ਵੀ ਹੁਣ ਮਤਲਬ ਆਖਰੀ ਸਾਲ ਜਿਹੜਾ ਉਹਦਾ ਰਹਿ ਗਿਆ, ਲਗਭਗ ਆਪਣੀ ਟਨਿਓਰ ਉਹਨਾਂ ਨੇ ਵੀ ਪੂਰਾ ਕਰ ਲਿਆ। ਔਰ ਇਹ ਜਿਹੜਾ ਮਾਈਨਿੰਗ ਦਾ ਮੁੱਦਾ ਇਸ ਸਾਰੇ ਅਰਸੇ ਦੌਰਾਨ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਹਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਸੀ ਸ਼ੋਰ ਸ਼ਰਾਬਾ ਹੋਇਆ, ਖਬਰਾਂ ਛਪਦੀਆਂ ਰਹੀਆਂ, ਕਈ ਲੋਕਾਂ ਦੀ ਜਿਹੜੀ ਸੀ ਇਹਦੇ ਵਿੱਚ ਜਾਨਾਂ ਵੀ ਗਈਆਂ, ਬੜਾ ਸਾਰਾ ਨੁਕਸਾਨ ਹੋਇਆ। ਪਰ ਇਹਦੇ ਉੱਤੇ ਕਿਸੇ ਤਰ੍ਹਾਂ ਨਾਲ ਹੁਣ ਤੱਕ ਪਾਬੰਦੀ ਜਿਹੜੀ ਹੈ ਨਾ ਤਾਂ ਉਹ ਲਾਈ ਜਾ ਸਕੀ ਹੈ ਤੇ ਨਾ ਇਹਨੂੰ ਕਿਸੇ ਸਿਸਟਮ ਦੇ ਵਿੱਚ ਲਿਆਂਦਾ ਜਾ ਸਕਿਆ ਕਿ ਇਹ ਜਿਹੜੀ ਮਾਈਨਿੰਗ ਹੋ ਰਹੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ, ਉਹਦੇ ਉੱਤੇ ਕਿਸ ਤਰ੍ਹਾਂ ਨਾਲ ਕਾਬੂ ਪਾਇਆ ਜਾਵੇ। ਬੀਤੇ ਦਿਨ ਪਟਿਆਲਾ ਦੇ ਵਿੱਚ ਵੀ ਗੈਰ ਕਾਨੂੰਨੀ ਮਾਈਨਿੰਗ ਕਰਦੇ ਹੋਏ ਬਹੁਤ ਸਾਰੇ ਜਿਹੜੇ ਸੀਗੇ ਲੋਕ ਉਹ ਫੜੇ ਗਏ ਔਰ ਪੁਲਿਸ ਨੇ ਉਹਨਾਂ ਦੇ ਖਿਲਾਫ ਪਰਚਾ ਵੀ ਦਰਜ ਕੀਤਾ। ਉੱਥੇ ਉਹਨਾਂ ਦੀ ਮਸ਼ੀਨਰੀ ਜਿਹੜੀ ਸੀਗੀ, JCB ਮਸ਼ੀਨਾਂ ਜਾਂ ਹੋਰ ਸੀ, ਉਹ ਵੀ ਉਹਨਾਂ ਨੇ ਕਬਜ਼ੇ ਵਿੱਚ ਲਈਆਂ। ਪਰ ਇਹ ਜਿਹੜਾ ਇੱਕਾ ਦੁੱਕਾ ਇਸ ਤਰ੍ਹਾਂ ਦਾ ਹੁੰਦਾ ਐਕਸ਼ਨ, ਕਾਰਵਾਈ ਹੁੰਦੀ, ਉਹਦੇ ਨਾਲ ਇਹ ਨਹੀਂ ਹੋ ਸਕਦਾ। ਸਮੁੱਚੇ ਤੌਰ ਤੇ ਸਾਰੇ ਪੰਜਾਬ ਵਿੱਚ ਦੇਖਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਪੰਜਾਬ ਸਰਕਾਰ ਜਿਹੜੀ ਹੈ ਉਹਦੀ ਜ਼ਿੰਮੇਵਾਰੀ ਦੇ ਸੰਬੰਧ ਵਿੱਚ ਹੀ ਉਸ ਨੂੰ ਉਹਦੇ ਕੋਲੋਂ ਜਿਹੜਾ ਇਹ ਮੰਗਿਆ ਗਿਆ, ਜਵਾਬ ਮੰਗਿਆ ਗਿਆ ਅਦਾਲਤ ਵੱਲੋਂ ਕਿ ਤੁਸੀਂ ਜਵਾਬ ਦਿਓ ਕਿ ਹੁਣ ਤੱਕ ਤੁਸੀਂ ਇਹਦੇ ਉੱਤੇ ਕਾਬੂ ਕਿਉਂ ਨਹੀਂ ਪਾ ਸਕੇ ਤੇ ਅੱਗੇ ਕਾਬੂ ਪਾਉਣ ਲਈ ਤੁਸੀਂ ਕੀ ਹੈ ਜਿਹੜਾ ਕਦਮ ਚੁੱਕ ਰਹੇ ਹੋ। ਬਿਲਕੁਲ ਜੀ, ਖਬਰਾਂ ਦੀ ਸਮੀਖਿਆ ਨੂੰ ਇੱਥੇ ਸਮੇਟਣਾ ਪਏਗਾ। ਸੰਧੂ ਸਾਹਿਬ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਦਰਸ਼ਕਾਂ ਦਾ ਵੀ ਧੰਨਵਾਦ। ਧੰਨਵਾਦ ਜੀ, ਧੰਨਵਾਦ।